हाँ जी, therefore splitting of d orbital takes place। ठीक है, ਤਾਂ ਮਤਲਬ ਵੀ ਲਿਗੈਂਡ ਆਇਆ ਤਾਂ ਜਿਹੜਾ ਸੈਂਟਰਲ ਐਟਮ ਹੈ ਉਹਦੇ ਜਿਹੜੇ 5 ਡੀ ਆਰਬਿਟਲ ਹੁੰਦੇ ਨੇ ਉਹਨਾਂ 'ਚ ਫਰਕ ਪੈ ਗਿਆ ਕਿਉਂਕਿ ਲਿਗੈਂਡ ਦੀ ਅਟੈਕ ਕਰਨ ਦੀ ਇੱਕ ਡਾਇਰੈਕਸ਼ਨ ਹੈ ਹਨਾ। ਤਾਂ ਹੁਣ ਮੈਨੂੰ ਚਲੋ ਪੂਰਾ ਇੱਕ ਇੱਕ ਕਰਕੇ ਸਮਝਾਉਣਾ ਹੈ। ਪਹਿਲੇ ਨੰਬਰ ਤੇ ਲਿਖੋ ਫॉर ऑक्टाहेड्रल कंपाउंड्स। ਪਹਿਲੇ ਨੰਬਰ ਤੇ ਲਿਖੋ फॉर ऑक्टाहेड्रल कंपाउंड्स। ठीक है, ਕੰਪਲੈਕਸ ਦੀ ਗੱਲ ਹੋ ਰਹੀ ਹੈ, ਹੋਰ ਕਿਸੇ ਦੀ ਗੱਲ ਨਹੀਂ ਹੋ ਰਹੀ। ਅਗਰ ਕੰਪਲੈਕਸ ਸਾਡਾ ऑक्टाहेड्रल ਹੈ ਤਾਂ ਕੀ ਹੋਏਗਾ। ਹੁਣ ਨਾ ਮੈਂ ਇੱਥੇ ਇੱਕ ਛੋਟੀ ਜਿਹੀ ਚੀਜ਼ ਬਣਾਉਣਾ, ਤੁਸੀਂ ਨਹੀਂ ਇਹ ਬਣਾਉਣੀ, ਤੁਸੀਂ ਸਿਰਫ ਇਹਨੂੰ ਸਮਝਣਾ ਹੈ। ਤੁਹਾਨੂੰ ਯਾਦ ਹੋਏਗਾ ਅਸੀਂ ਡੀ ਦੇ ਅੰਦਰ ਨਾ 5 ਆਰਬਿਟਲ ਇਸ ਤਰ੍ਹਾਂ ਨਾਲ ਬਣਾਉਂਦੇ ਹੁੰਦੇ ਸੀਗੇ। ਡੀ ਐਕਸ ਵਾਈ ਕੀ ਹੁੰਦਾ ਸੀਗਾ, ਜਿਹੜਾ ਐਕਸ ਔਰ ਵਾਈ ਦੇ ਵਿਚਕਾਰ ਹੋਵੇ, ਇੱਥੇ ਐਵੇਂ ਚੱਲੇਗਾ। ਜੇ ਡੀ ਵਾਈ ਜ਼ੈਡ ਹੁੰਦਾ ਸੀਗਾ, ਜਿਹੜਾ ਵਾਈ ਔਰ ਜ਼ੈਡ ਦੇ ਵਿਚਕਾਰ ਹੋਵੇ, ਬਿਲਕੁਲ ਐਵੇਂ ਹੁੰਦਾ ਸੀਗਾ। ਠੀਕ ਹੈ, ਡੀ ਐਕਸ ਜ਼ੈਡ ਕੀ ਹੁੰਦਾ ਸੀਗਾ, ਜਿਹੜਾ ਐਕਸ ਔਰ ਜ਼ੈਡ ਦੇ ਵਿਚਕਾਰ ਹੋਵੇ। ਤਾਂ ਆ ਤਾਂ ਸਾਰੇ ਪੁਆਇੰਟਸ ਬਿਲਕੁਲ ਇਹੋ ਜਿਹੇ ਹੀ ਨੇ, ਹੈ ਨਾ। ਥੋੜਾ ਯੂਨੀਕ ਹੁੰਦਾ ਸੀਗਾ ਡੀ ਐਕਸ ਸਕੁਆਇਰ ਮਾਈਨਸ ਵਾਈ ਸਕੁਆਇਰ। ਡੀ ਐਕਸ ਸਕੁਆਇਰ ਮਾਈਨਸ ਵਾਈ ਸਕੁਆਇਰ ਕੀ ਹੁੰਦਾ ਸੀ, ਜਿਹੜਾ ਐਕਸ ਔਰ ਵਾਈ ਦੇ ਬਿਲਕੁਲ ਹੀ ਉੱਪਰ ਹੋਵੇ, ਇਸ ਤਰ੍ਹਾਂ ਨਾਲ। ਡੀ ਐਕਸ ਵਾਈ ਉਹਨਾਂ ਦੇ ਵਿਚਕਾਰ ਹੈ, ਡੀ ਐਕਸ ਸਕੁਆਇਰ ਮਾਈਨਸ ਵਾਈ ਸਕੁਆਇਰ ਬਿਲਕੁਲ ਐਕਸ ਔਰ ਵਾਈ ਦੇ ਉੱਪਰ ਹੈ। ਤੇ ਡੀ ਜ਼ੈਡ ਸਕੁਆਇਰ ਹੁੰਦਾ ਸੀਗਾ ਜਿਹੜਾ ਬਿਲਕੁਲ ਹੀ, ਮੈਂ ਹੁਣ ਇਹਨੂੰ ਐਕਸ ਇਹਨੂੰ ਜ਼ੈਡ ਮੰਨ ਲੈਣਾ, ਐਕਸਿਸ ਤਾਂ ਆਪਣੀ ਮਰਜ਼ੀ ਨਾਲ ਹੀ ਰੱਖਦੇ ਹੁੰਦੇ ਆ। ਠੀਕ ਹੈ, ਡੀ ਜ਼ੈਡ ਹੁੰਦਾ ਜਿਹੜਾ ਬਿਲਕੁਲ ਹੀ ਜ਼ੈਡ ਦੇ ਉੱਪਰ ਹੋਵੇ। ਠੀਕ ਹੈ, ਤਾਂ ਕਹਿਣ ਦਾ ਮਤਲਬ ਜਿਹੜੇ ਡੀ ਐਕਸ ਵਾਈ ਡੀ ਵਾਈ ਜ਼ੈਡ ਡੀ ਐਕਸ ਜ਼ੈਡ ਆਹ ਤਿੰਨ ਨੇ ਇਹ ਐਕਸਿਸ ਦੇ ਵਿੱਚ ਹੁੰਦੇ ਨੇ, ਪਰ ਜਿਹੜੇ ਆਹ ਦੋ ਨੇ ਇਹ ਐਕਸਿਸ ਦੇ ਉੱਪਰ ਹੁੰਦੇ ਨੇ, ਬਿਲਕੁਲ ਐਕਸਿਸ ਤੇ ਲਾਈ ਕਰਦੇ ਨੇ। ਡੀ ਐਕਸ ਸਕੁਆਇਰ ਮਾਈਨਸ ਵਾਈ ਸਕੁਆਇਰ ਐਕਸ ਐਂਡ ਵਾਈ ਐਕਸਿਸ ਨੂੰ ਕਵਰ ਕਰਦਾ, ਡੀ ਜ਼ੈਡ ਸਕੁਆਇਰ ਜ਼ੈਡ ਐਕਸਿਸ ਨੂੰ ਕਵਰ ਕਰਦਾ। ਸਹੀ ਹੈ ਨਾ। ਜ਼ੈਡ ਐਕਸਿਸ ਵੈਸੇ ਇਸ ਤਰ੍ਹਾਂ ਨਾਲ ਹੋਏਗਾ, ਕਾਗਜ਼ ਚੋਂ ਬਾਹਰ ਆ ਰਿਹਾ ਹੋਏਗਾ, ਬਟ ਉਹੀ ਬਣਾ ਨਹੀਂ ਸਕਦੇ ਪੇਜ ਦੇ ਉੱਤੇ 3D, ਤਾਂ ਇਸ ਕਰਕੇ ਮੈਂ ਐਵੇਂ ਜ਼ੈਡ ਇਹਨੂੰ ਮੰਨ ਕੇ ਚੱਲ ਰਿਹਾ। ਠੀਕ ਹੈ, ਹੁਣ ਗੱਲ ਕਰਦੇ ਹਾਂ ऑक्टाहेड्रल ਦੀ। ਦੇਖੋ ਜਿਹੜਾ ਮੈਟਲ ਹੈ ਨਾ, ਮੈਟਲ ਦੇ 5 ਡੀ ਆਰਬਿਟਲ, ਇਹ ਪੰਜਾਂ ਦੀ એનર્ਜੀ ਨਾ ਆਪਸ 'ਚ ਬਿਲਕੁਲ ਸੇਮ ਹੁੰਦੀ ਹੈ, ਕੋਈ ਫਰਕ ਨਹੀਂ ਹੁੰਦਾ, ਸਭ ਦੀ એનર્ਜੀ ਇੱਕੋ ਤਰ੍ਹਾਂ ਦੀ ਹੁੰਦੀ ਹੈ। ਤਾਂ ਜਿਵੇਂ ਮੰਨ ਲਓ ਤੁਸੀਂ ਇਲੈਕਟ੍ਰੋਨ ਭਰਨਾ ਹੈ ਤਾਂ ਜਿਹਦੇ ਮਰਜ਼ੀ 'ਚ ਭਰ ਦਿਓ, ਭਾਵੇਂ ਡੀ ਐਕਸ ਵਾਈ, ਭਾਵੇਂ ਡੀ ਵਾਈ ਜ਼ੈਡ, ਭਾਵੇਂ ਡੀ ਐਕਸ ਜ਼ੈਡ, ਚਾਹੇ ਡੀ ਐਕਸ ਸਕੁਆਇਰ ਮਾਈਨਸ ਵਾਈ ਸਕੁਆਇਰ, ਚਾਹੇ ਡੀ ਜ਼ੈਡ ਸਕੁਆਇਰ, ਜਿਵੇਂ ਤੁਹਾਡਾ ਦਿਲ ਕਰਦਾ ਤੁਸੀਂ ਇਲੈਕਟ੍ਰੋਨ ਉਹਦੇ 'ਚ ਭਰ ਸਕਦੇ ਹੋ ਕਿਉਂਕਿ એનર્ਜੀ ਸੇਮ ਹੈ। ਆਫ ਬੋ ਪ੍ਰਿੰਸੀਪਲ ਕੀ ਕਹਿੰਦਾ ਵੀ ਜਿਹਦੀ એનર્ਜੀ ਘੱਟ ਹੈ ਪਹਿਲਾਂ ਉਹ 'ਚ ਇਲੈਕਟ੍ਰੋਨ ਜਾਏਗਾ, ਪਰ ਜੇ એનર્ਜੀ ਉਹ ਸੇਮ ਹੈ ਫਿਰ ਤਾਂ ਜਿਹ 'ਚ ਮਰਜ਼ੀ ਭਰੋ, ਰਾਈਟ। ਹੁਣ ऑक्टाहेड्रल ਦੀ ਗੱਲ ਕਰ ਰਿਹਾ ਮੈਂ, ਮੇਰੇ ਕੋਲ ਪਿਆ ਮੈਟਲ, ਲਿਗੈਂਡ ਆਏ। ਹੁਣ ਸੋਚੋ ऑक्टाहेड्रल 'ਚ ਲਿਗੈਂਡ ਕਿਹੜੀ ਕਿਹੜੀ ਡਾਇਰੈਕਸ਼ਨ 'ਚੋਂ ਅਟੈਕ ਕਰਦੇ ਨੇ। ਪਹਿਲਾਂ ਤਾਂ ਮੈਂ ਪਲੇਨ ਵਾਲੇ ਬਣਾਉਣਾ ਇਸ ਤਰ੍ਹਾਂ ਨਾਲ, ਹੈ ਨਾ। ਇੱਕ ਲਿਗੈਂਡ ਇੱਧਰੋਂ ਆਉਂਦਾ, ਇੱਕ ਲਿਗੈਂਡ ਇੱਧਰੋਂ ਆਉਂਦਾ, ਇੱਕ ਲਿਗੈਂਡ ਇੱਧਰੋਂ ਆਉਂਦਾ, ਇੱਕ ਲਿਗੈਂਡ ਇੱਧਰੋਂ ਆਉਂਦਾ। ਆਹ 4 ਡਾਇਰੈਕਸ਼ਨ ਤੋਂ ਲਿਗੈਂਡ ਅਟੈਕ ਕਰਦੇ ਨੇ। ਠੀਕ ਹੈ, ਹੁਣ ਇਹਨੂੰ ਤੁਸੀਂ ਐਕਸ ਐਕਸਿਸ ਮੰਨ ਕੇ ਚੱਲੋ। ਮੰਨ ਲਓ ਆਹ ਵਾਲਾ ਐਕਸ ਐਕਸਿਸ ਹੈ, ਤਾਂ ਆਹ 90 ਡਿਗਰੀ ਤੇ ਆਹ ਵਾਲਾ ਕਿਹੜਾ ਐਕਸਿਸ ਹੋ ਗਿਆ ਫਿਰ, ਵਾਈ ਐਕਸਿਸ, ਹੈ ਨਾ। ਯਾਨੀ ਕਿ ਲਿਗੈਂਡ ਐਗਜ਼ੈਕਟਲੀ ਐਕਸ ਔਰ ਐਗਜ਼ੈਕਟਲੀ ਵਾਈ ਐਕਸਿਸ ਤੋਂ ਅਟੈਕ ਕਰਦੇ ਨੇ। ਚਲੋ ਜੀ, ऑक्टाहेड्रल 'ਚ ਇੰਨੀ ਕੁ ਤਾਂ ਹੁੰਦੀ ਨਹੀਂ, ਹੋਰ ਵੀ ਹੁੰਦੀਆਂ ਦੋ ਬੌਂਡਸ। ਕਿਹੜੀਆਂ? ਇੱਕ ਇਸ ਦੇ ਬਿਲਕੁਲ ਪਰਪੈਂਡੀਕੂਲਰ। ਹੁਣ ਐਕਸ ਔਰ ਵਾਈ ਦੇ ਪਰਪੈਂਡੀਕੂਲਰ, ਬਿਲਕੁਲ ਪਰਪੈਂਡੀਕੂਲਰ ਕਿਹੜਾ ਐਕਸਿਸ ਜਾਂਦਾ ਹੈ, ਜ਼ੈਡ ਐਕਸਿਸ। ਇੱਕ ਲਿਗੈਂਡ ਬਿਲਕੁਲ ਜ਼ੈਡ ਐਕਸਿਸ ਤੋਂ, ਆ ਬਿਲਕੁਲ ਉਲਟਾ ਵੀ ਮਾਈਨਸ ਜ਼ੈਡ ਹੋ ਗਿਆ, ਹੈ ਨਾ। ਤਾਂ ਜਿਹੜੀ ऑक्टाहेड्रल ਸ਼ੇਪ ਹੈ ਇਹ ਇਹੋ ਜਿਹੀ ਸ਼ੇਪ ਹੈ ਵੀ ਇਹ 'ਚ ਲਿਗੈਂਡ ਜਦੋਂ ਅਟੈਕ ਕਰੇਗਾ ਤਾਂ ਜਾਂ ਤਾਂ ਲਿਗੈਂਡ ਬਿਲਕੁਲ ਐਕਸ ਤੋਂ, ਬਿਲਕੁਲ ਵਾਈ ਤੋਂ, ਬਿਲਕੁਲ ਜ਼ੈਡ ਤੋਂ ਅਟੈਕ ਕਰੇਗਾ। ਇੰਨੀ ਗੱਲ ਸਮਝ ਆ ਰਹੀ ਹੈ। ਹੁਣ ਮੰਨ ਲਓ ਜਿਹੜਾ ਲਿਗੈਂਡ ਐਕਸ ਤੋਂ ਆ ਰਿਹਾ ਹੈ ਜਾਂ ਐਕਸ ਐਂਡ ਵਾਈ ਤੋਂ ਆ ਰਿਹਾ ਹੈ, ਇਹਦੇ ਬਿਲਕੁਲ ਸਾਹਮਣੇ ਐਕਸ ਔਰ ਵਾਈ ਵਾਲਾ ਆਰਬਿਟਲ ਹੋਏਗਾ। ਐਕਸ ਔਰ ਵਾਈ ਵਾਲਾ ਆਰਬਿਟਲ 'ਚ ਯਾਦ ਕਰੋ ਕਿਹੜਾ ਸੀਗਾ, ਜਿਹੜਾ ਬਿਲਕੁਲ ਐਕਸ ਔਰ ਬਿਲਕੁਲ ਵਾਈ ਤੇ ਹੁੰਦਾ, ਕਿਹੜਾ ਜੀ, ਡੀ ਐਕਸ ਸਕੁਆਇਰ ਮਾਈਨਸ ਵਾਈ ਸਕੁਆਇਰ। ਇਹ ਲਿਗੈਂਡ ਦੇ ਬਿਲਕੁਲ ਸਾਹਮਣੇ ਪਿਆ। ਔਰ ਜਿਹੜਾ ਬਿਲਕੁਲ ਜ਼ੈਡ ਤੇ ਪਿਆ ਉਹ ਕਿਹੜਾ ਹੈ, ਡੀ ਜ਼ੈਡ ਸਕੁਆਇਰ। ਤਾਂ ਆ ਜਿਹੜੇ ਡੀ ਦੇ ਦੋ ਆਰਬਿਟਲ ਨੇ ਨਾ, ਡੀ ਐਕਸ ਸਕੁਆਇਰ ਮਾਈਨਸ ਵਾਈ ਸਕੁਆਇਰ ਔਰ ਡੀ ਜ਼ੈਡ ਸਕੁਆਇਰ, ਇਹ ਬਿਲਕੁਲ ਲਿਗੈਂਡ ਦੇ ਸਾਹਮਣੇ ਪਏ ਨੇ, ਹੈ ਨਾ। ਹੁਣ ਆਰਬਿਟਲ 'ਚ ਵੀ ਤਾਂ ਇਲੈਕਟ੍ਰੋਨ ਹੀ ਹੋਣਗੇ, ਲਿਗੈਂਡ ਵੀ ਤਾਂ ਇਲੈਕਟ੍ਰੋਨ ਹੀ ਲੈ ਕੇ ਆ ਰਿਹਾ, ਤਾਂ ਇਹਨਾਂ 'ਚ ਆਪਸ 'ਚ ਇੱਕ ਦੂਜੇ ਦੇ ਐਗਜ਼ੈਕਟਲੀ ਸਾਹਮਣੇ ਆ ਜਾਣ ਕਰਕੇ ਰਿਪਲਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਜੇ ਕਿਤੇ ਰਿਪਲਸ਼ਨ ਆਏਗੀ ਤਾਂ ਸਿਸਟਮ ਅਨਸਟੇਬਲ ਹੋਏਗਾ। ਅਨਸਟੇਬਲ ਦਾ ਮਤਲਬ એનર્ਜੀ ਵਧੇਗੀ। ਸੋਚੋ ਨਾ, ਅਸੀਂ ਸਟੇਬਲ ਕਦੋਂ ਹੁੰਦੇ ਹਾਂ, ਅਸੀਂ ਆਰਾਮ ਨਾਲ ਕਦੋਂ ਬੈਠੇ ਹੁੰਦੇ ਹਾਂ, ਜਦੋਂ ਘੱਟ એનર્ਜੀ ਹੈ। ਅਨਸਟੇਬਲ ਕਦੋਂ ਹੁੰਦੇ ਆ, ਕੰਟਰੋਲ ਨਹੀਂ ਹੁੰਦਾ ਜਦੋਂ ਜ਼ਿਆਦਾ એનર્ਜੀ ਹੈ ਨਾ। ਤਾਂ ਜਿਹੜੇ ਬਿਲਕੁਲ ਇਹਦੇ ਸਾਹਮਣੇ ਨੇ ਨਾ, ਉਹਨਾਂ ਦੀ એનર્ਜੀ ਵੱਧ ਜਾਂਦੀ ਆ, ਉਹ ਰਿਪਲਸ਼ਨ ਹੋਣ ਕਰਕੇ ਉਹਨਾਂ ਦੀ એનર્ਜੀ ਵੱਧ ਜਾਂਦੀ ਹੈ। ਬਿਲਕੁਲ ਲਿਗੈਂਡ ਦੇ ਸਾਹਮਣੇ ਕੌਣ ਕੌਣ ਨੇ, ਡੀ ਐਕਸ ਸਕੁਆਇਰ ਮਾਈਨਸ ਵਾਈ ਸਕੁਆਇਰ ਔਰ ਡੀ ਜ਼ੈਡ ਸਕੁਆਇਰ।
ਤਾਂ ਆ ਜਿਹੜੇ ਦੋ ਆਰਬਿਟਲ ਨੇ, ਆਹ ਵਾਲੇ ਦੋ, ਇਹਨਾਂ ਦੀ એનર્ਜੀ ਵੱਧ ਜਾਂਦੀ ਹੈ, ਰਿਪਲਸ਼ਨ ਇਹਨਾਂ ਨੂੰ ਹੋ ਰਹੀ ਹੈ ਤਾਂ ਇਹਨਾਂ ਦੀ એનર્ਜੀ ਵੱਧ ਜਾਂਦੀ ਹੈ। ਪਰ ਜਿਹੜੇ ਆਹ ਤਿੰਨ ਨੇ, ਇਹਨਾਂ ਦੀ એનર્ਜੀ 'ਚ ਫਰਕ ਨਹੀਂ ਪੈਂਦਾ। ਗੱਲ ਸਮਝ ਆਈ? ਜਾਂ ਕਹਿ ਲਓ ਕੰਪੈਰੀਟਿਵਲੀ ਘਟ ਜਾਂਦੀ ਹੈ, ਐਵੇਂ ਸੋਚ ਕੇ ਚੱਲ ਪਓ। ਠੀਕ ਹੈ, ਤਾਂ ਔਕਟਾ, ਇਹ ਹਾਲੇ ਸਿਰਫ ਔਕਟਾਹਾਈਡਰਲ 'ਚ ਹੈ, ਹੋ ਸਕਦਾ ਟੈਟਰਾਹਾਈਡਰਲ 'ਚ ਇਹਨਾਂ 'ਚੋਂ ਕਿਸੇ ਦੀ ਵੱਧ ਜਾਵੇ, ਕਿਸੇ ਦੀ ਘਟ ਜਾਵੇ। ਹਾਲੇ ਸਿਰਫ ਔਕਟਾਹਾਈਡਰਲ ਆਹ ਸ਼ੇਪ ਦੇ ਹਿਸਾਬ ਨਾਲ ਚੱਲ ਰਹੇ ਆ ਵੀ ਲਿਗੈਂਡ ਕਿਹੜੇ ਕਿਹੜੇ ਡੀ ਆਰਬਿਟਲ ਨੂੰ ਰਿਪਲਸ਼ਨ ਜ਼ਿਆਦਾ ਹੋਏਗੀ। ਦੇਖੋ ਡੀ ਐਕਸ ਵਾਈ ਹੈ ਜਿਹੜਾ, ਉਹ ਤਾਂ ਐਕਸ ਔਰ ਵਾਈ ਦੇ ਵਿਚਕਾਰ ਹੈ, ਉਹ ਬਿਲਕੁਲ ਲਿਗੈਂਡ ਨੂੰ ਸਾਹਮਣੇ ਤੋਂ ਨਹੀਂ ਫੇਸ ਕਰ ਰਿਹਾ, ਤਾਂ ਰਿਪਲਸ਼ਨ ਜ਼ਰੂਰ ਹੋਏਗੀ ਬਟ ਉਨੀ ਜ਼ਿਆਦਾ ਨਹੀਂ ਹੋਏਗੀ। ਐਨੀ ਗੱਲ ਸਮਝ ਆਈ? ਤਾਂ ਜਿਹੜਾ ਅਸੀਂ ਡੀ ਨੂੰ ਇਸ ਤਰ੍ਹਾਂ ਨਾਲ 5 ਲਿਖਦੇ ਹੁੰਦੇ ਸੀਗੇ, ਆਪਾਂ ਇਹਨਾਂ ਨੂੰ ਸੇਮ ਲੈਵਲ ਤੇ ਬਣਾਉਂਦੇ ਸੀਗੇ, ਮਤਲਬ ਸਭ ਦੀ એનર્ਜੀ ਸੇਮ ਹੈ। ਹੁਣ ਔਕਟਾਹਾਈਡਰਲ 'ਚ ਇਸ ਚੀਜ਼ ਤੇ ਫਰਕ ਪੈ ਜਾਏਗਾ। ਇਹਦੇ ਵਿੱਚੋਂ ਦੋ ਦੀ એનર્ਜੀ ਵੱਧ ਜਾਏਗੀ। ਕਿਹੜੇ ਦੋ ਦੀ ਵਧੇਗੀ? ਆਹ ਦੋਨਾਂ ਦੀ। ਕਿਉਂ ਵਧੇਗੀ? ਕਿਉਂਕਿ ਇਹ ਬਿਲਕੁਲ ਲਿਗੈਂਡ ਦੇ ਸਾਹਮਣੇ ਆ ਗਏ, ਤਾਂ ਦੋ ਦੀ એનર્ਜੀ ਜ਼ਿਆਦਾ ਹੋ ਜਾਏਗੀ। ਔਰ ਆ ਜਿਹੜੇ ਉੱਪਰ ਤਿੰਨ ਨੇ, ਤਿੰਨ ਦੀ એનર્ਜੀ ਘਟ ਜਾਏਗੀ। ਇਹਨੂੰ ਕਹਿ ਦਿੰਦੇ ਨੇ ਡੀਜਨਰੇਸੀ ਬ੍ਰੇਕ ਹੋਗੀ, ਵੀ ਪਹਿਲਾਂ ਸੇਮ એનર્ਜੀ ਤੇ ਸੀਗੇ, ਹੁਣ ਅੱਡ ਅੱਡ એનર્ਜੀ ਤੇ ਚਲੇ ਗਏ। ਲੌਜਿਕ ਸਮਝ ਆ ਰਿਹਾ ਜੀ? ਠੀਕ ਹੈ। ਹੁਣ ਆਫਬੋ ਪ੍ਰਿੰਸੀਪਲ ਚੱਲੋ। ਆਫਬੋ ਪ੍ਰਿੰਸੀਪਲ ਕੀ ਕਹਿੰਦਾ ਸੀਗਾ? ਜਿਹਦੀ એનર્ਜੀ ਘੱਟ ਹੈ ਉਹ 'ਚ ਪਹਿਲਾਂ ਇਲੈਕਟ੍ਰੋਨ ਜਾਣਗੇ, ਯਾਨੀ ਕਿ ਇਹਦੇ ਚੋਂ ਔਰ ਇਹਦੇ ਤੋਂ ਹੁਣ ਇਲੈਕਟ੍ਰੋਨ ਕਿਹਦੇ 'ਚ ਭਰਨਗੇ? ਪਹਿਲਾਂ ਆਹ ਤਿੰਨ 'ਚ, ਆਹ ਤਿੰਨ ਭਰਨਗੇ, ਫਿਰ ਇਲੈਕਟ੍ਰੋਨ ਇਹਦੇ 'ਚ ਜਾਣਗੇ। ਗੱਲ ਸਮਝ ਆਈ? ਐਵੇਂ ਨਹੀਂ ਹੈ ਵੀ ਜਿਵੇਂ ਆਪਾਂ ਪਹਿਲਾਂ ਭਰਦੇ ਹੁੰਦੇ ਸੀ ਨਾ ਕਿ ਜੀ 1 2 3 4 5 6 7, ਐਵੇਂ ਨਹੀਂ ਹੈ। ਪਹਿਲਾਂ ਇਹਦੇ 'ਚ ਭਰੇ ਜਾਣਗੇ 1 2 3 4 5 6, ਫਿਰ ਇਹਦੇ 'ਚ ਭਰੇ ਜਾਣਗੇ 7 8 9 10, ਇਸ ਤਰ੍ਹਾਂ ਨਾਲ ਚੱਲਣਗੇ। ਠੀਕ ਹੈ, ਇਹ ਫਰਕ ਪਤਾ ਲੱਗ ਰਿਹਾ ਨਾ? ਇਹ ਔਕਟਾਹਾਈਡਰਲ 'ਚ ਹੈ ਵੀ ਔਕਟਾਹਾਈਡਰਲ ਦੇ ਅੰਦਰ 2d orbitals which directly face the ligand, they faces more repulsion, therefore their energy is lifted या increased। ठीक है, and the other three orbitals which are not facing the ligand, their energy decreases। ਇਹ ਪੂਰਾ ਕਨਸੈਪਟ ਸਮਝ ਆ ਰਿਹਾ? ਇਹ ਤਾਂ ਇਹਦੇ ਚੋਂ ਨੋਟ ਨਹੀਂ ਕੁਝ ਕਰਨਾ ਸੀਗਾ, ਇਹ ਮੈਂ ਸਿਰਫ ਸਮਝਾਉਣ ਦੇ ਲਈ ਕਰ ਰਿਹਾ ਸੀਗਾ। ਠੀਕ ਹੈ, ਹੁਣ ਆਪਣਾ ਔਕਟਾਹਾਈਡਰਲ ਹੈ, ਤਾਂ ਪਹਿਲਾਂ ਤਾਂ ਨਾ ਔਕਟਾਹਾਈਡਰਲ ਦੀ ਇਸ ਤਰ੍ਹਾਂ ਦੀ ਇੱਕ ਡਾਇਗਰਾਮ ਬਣਾਉਂਦੇ ਆ। ਜੋ ਮੈਂ ਬਣਾ ਰਿਹਾ ਇਹੀ ਐਗਜ਼ੈਕਟਲੀ ਤੁਸੀਂ ਕਾਪੀ ਕਰਨਾ ਹੈ, ਇਹੀ ਐਗਜ਼ੈਕਟਲੀ ਤੁਸੀਂ ਪੇਪਰ 'ਚ ਬਣਾ ਕੇ ਆਉਣਾ ਹੈ। ਠੀਕ ਹੈ, ਚਲੋ ਪਹਿਲਾਂ ਮੈਂ ਡੀ ਦੀ ਇਹਦੀ એનર્ਜੀ ਲੈਵਲ ਡਾਇਗਰਾਮ ਬਣਾ ਦੇਵਾਂ ਥੋੜੀ ਜੀ। ਲਓ ਜੀ, ਦੇਖੋ ਆਪਾਂ ਪੂਰਾ ਦਿਖਾਵਾਂਗੇ ਵੀ ਪਹਿਲਾਂ ਜੀ ਡੀ ਆਰਬਿਟਲ 5 ਇਸ ਤਰ੍ਹਾਂ ਨਾਲ ਬਰਾਬਰ એનર્ਜੀ ਤੇ ਸੀਗੇ, ਸਹੀ ਹੈ। ਬਟ ਲਿਗੈਂਡ ਅਟੈਕ ਹੋਇਆ ਤਾਂ 3 ਆਰਬਿਟਲ ਲੋਅਰ એનર્ਜੀ ਤੇ ਚਲੇ ਗਏ, 2 ਆਰਬਿਟਲ ਹਾਇਰ એનર્ਜੀ ਤੇ ਚਲੇ ਗਏ। ਪਹਿਲਾਂ ਤਾਂ ਇਹਨੂੰ ਬਣਾਓ, ਇਹਨੂੰ ਸਪਲਿਟਿੰਗ ਕਰਤੀ ਆਪਾਂ ਨੇ, ਦੋ ਹਿੱਸਿਆਂ 'ਚ ਵੰਡ ਦਿੱਤਾ। ਠੀਕ ਹੈ, ਉੱਪਰ ਕਿਹੜੇ ਕਿਹੜੇ ਗਏ? ਜ਼ਿਆਦਾ એનર્ਜੀ ਕਿਹਨਾਂ ਦੀ ਹੋਗੀ? ਡੀ ਐਕਸ ਸਕੁਆਇਰ ਮਾਈਨਸ ਵਾਈ ਸਕੁਆਇਰ ਔਰ ਡੀ ਜ਼ੈਡ ਸਕੁਆਇਰ। ਘੱਟ એનર્ਜੀ ਕਿਹਨਾਂ ਦੀ ਹੋਗੀ? ਡੀ ਐਕਸ ਵਾਈ, ਡੀ ਵਾਈ ਜ਼ੈਡ ਔਰ ਡੀ ਐਕਸ ਜ਼ੈਡ। ਠੀਕ ਹੈ, ਔਰ ਆ ਜਿਹੜਾ ਇਹਨਾਂ 'ਚ એનર્ਜੀ ਗੈਪ ਆ ਗਿਆ, ਇਹਨੂੰ ਰਿਪਰੈਜ਼ੈਂਟ ਕਰਦੇ ਆ ਡੈਲਟਾ ਦੇ ਨਾਲ, ਔਰ ਡੈਲਟਾ ਦੇ ਪੈਰ 'ਚ O ਪਾਇਆ ਹੋਇਆ, O ਦਾ ਮਤਲਬ ਹੈ ਔਕਟਾਹਾਈਡਰਲ। ਜਿਵੇਂ ਟੈਟਰਾਹਾਈਡਰਲ, ਜਿਵੇਂ ਦੱਸਿਆ ਨਾ ਹਰ ਇੱਕ ਦਾ ਆਪਣਾ ਆਪਣਾ ਹੈ, ਟੈਟਰਾਹਾਈਡਰਲ ਕਿਸੇ ਹੋਰ ਤਰ੍ਹਾਂ ਨਾਲ ਕੰਮ ਕਰੇਗਾ, ਇਹ ਔਕਟਾਹਾਈਡਰਲ ਵਾਸਤੇ ਹੈ। ਠੀਕ ਹੈ, ਪਹਿਲਾਂ ਇੱਥੇ ਲਿਖੋ ਡੀਜਨਰੇਟ ਆਰਬਿਟਲਸ। ਜੋ ਮੈਂ ਬਣਾ ਰਿਹਾ ਐਗਜ਼ੈਕਟਲੀ ਇਸੀ ਤਰ੍ਹਾਂ ਨਾਲ ਬਣਾ ਲਓ। ਇੱਥੇ ਲਿਖੋ degeneracy breaks under attack of ligand। ਠੀਕ ਹੈ, 3 ਦੀ એનર્ਜੀ ਅਲੱਗ ਹੋ ਗਈ, 2 ਦੀ એનર્ਜੀ ਹਾਇਰ ਹੋ ਗਈ। ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਬਾਈ ਡਿਫਾਲਟ ਲੈਵਲ ਸੀਗਾ, ਇਹਦਾ ਵੀ ਇੱਕ ਨਾਮ ਹੈ, ਇਹਨੂੰ ਬੋਲਦੇ ਨੇ ਬੇਰੀ ਸੈਂਟਰ, BARYCENTRE, ਬੇਰੀ ਸੈਂਟਰ। ਠੀਕ ਹੈ ਜੀ, ਇਸ ਤੋਂ ਨੀਚੇ 2/5 ਹੋਏਗਾ, 2/5 ਆਫ ਡੈਲਟਾ ਨॉट। ਇਸ ਤੋਂ ਉੱਪਰ ਹੋਏਗਾ 3/5 ਆਫ ਡੈਲਟਾ ਨॉट।
पहला तो इन्ना बनाओ फटाफट। ਹੁਣ ਇਹ ਸਾਰਾ ਇਹਦਾ ਜਿਹੜਾ ਫਰਕ ਆਇਆ ਹੈ, ਇਹ ਸਾਰਾ ਲਿਗੈਂਡ ਕਰਕੇ ਆਇਆ ਹੈ ਨਾ। ਕਿਸੇ ਇਹ ਲਿਗੈਂਡ ਟੂ ਲਿਗੈਂਡ ਵੀ ਫਰਕ ਕਰੇਗਾ, ਕਿਸੇ ਲਿਗੈਂਡ 'ਚ ਇਹ ਫਰਕ ਜ਼ਿਆਦਾ ਆ ਜਾਏਗਾ, ਕਿਸੇ ਲਿਗੈਂਡ 'ਚ ਇਹ ਫਰਕ ਘੱਟ ਆਏਗਾ। ਪਰ ਹਾਂ ਔਕਟਾਹੈਡਰਲ 'ਚ ਇਹ ਜ਼ਰੂਰ ਕਨਫਰਮ ਹੈ ਵੀ 3 ਇਕੱਠੇ ਹੋਣਗੇ, 2 ਇਕੱਠੇ ਹੋਣਗੇ, 2 ਵਾਲੇ ਦੀ એનર્ਜੀ ਜ਼ਿਆਦਾ ਹੋਏਗੀ dx² y² ਤੇ z² ਦੀ, ਔਰ xy yz xz ਦੀ એનર્ਜੀ ਘੱਟ ਹੋਏਗੀ। ਪਰ ਆ ਜਿਹੜਾ ਗੈਪ ਹੈ, ਆ ਜਿਹੜਾ એનર્ਜੀ ਗੈਪ ਹੈ, ਇਹ ਅਲੱਗ-ਅਲੱਗ ਲਿਗੈਂਡ 'ਚ ਅਲੱਗ-ਅਲੱਗ ਆਏਗਾ। ठीक है, किसी लिगेंड 'ਚ बहुत बड़ा गैप आ जाता है, किसी लिगेंड 'ਚ गैप छोटा रहिंदा है, वो भी ਆਪਾਂ ਅੱਜ ਹੀ डिस्कस करांगे। ठीक है, ਇਹਨੂੰ ਜਿਹੜਾ એનર્ਜੀ ਗੈਪ ਹੈ ਇਹਨੂੰ CFSE ਬੋਲਦੇ ਨੇ। ठीक है, क्रिस्टल फील्ड स्प्लिटिंग एनर्जी या स्टेबलाइजेशन एनर्जी, कुछ भी बोलता है। क्रिस्टल फील्ड स्प्लिटिंग एनर्जी, पहला इन्ना पार्ट फटाफट नोट करो। ये सारा कुछ सिर्फ ऑक्टाहेड्रल वास्ते है, देखो। ठीक है, टैट्राहेड्रल की शेप कुछ अलग होंगी है तो वह अलग तरीके नाल काम करेगा, अलग चीज़ चलेगी। सब कुछ टैट्राहेड्रल च एक डिफरेंट तरीके नाल चलेगा। ऑक्टाहेड्रल तो एवें चल रहे हैं। पहला अज आप ऑक्टाहेड्रल ही पूरा स्टडी करांगे, सारे पोर्शन ये। हाँ, एक इंपॉर्टेंट गल, ਜਿਹੜੇ ਆ ਲੋਅਰ એનર્ਜੀ ਵਾਲੇ ਹੁੰਦੇ ਨੇ ਇਹਨਾਂ ਨੂੰ ਬੋਲਦੇ ਨੇ, ਇਹਨਾਂ ਦਾ ਹੁਣ ਨਾਮ ਵੀ ਬਦਲ ਜਾਂਦਾ। ਪਹਿਲਾਂ ਤਾਂ ਇਹਨਾਂ ਨੂੰ ਡੀ ਬੋਲ ਦਿੰਦੇ ਸੀਗੇ ਵੀ ਸਾਰੇ ਡੀ ਆਰਬਿਟਲ ਨੇ। ਠੀਕ ਹੈ, ਪਰ ਹੁਣ ਡੀ ਆਰਬਿਟਲ 'ਚ ਵੀ ਫਰਕ ਪੈ ਗਿਆ। ਤਾਂ ਆ ਜਿਹੜੇ 3 ਦਾ ਪੇਅਰ ਹੈ ਇਹਨਾਂ ਨੂੰ ਬੋਲਦੇ ਨੇ T2G, ਟੀ ਦੇ ਪੈਰ 'ਚ 2G, T2G ਆਰਬਿਟਲਸ। ਠੀਕ ਹੈ, ਆ ਜਿਹੜੇ 3 ਨੇ ਇਹਨਾਂ ਨੂੰ ਬੋਲਦੇ ਨੇ T2G ਆਰਬਿਟਲਸ। ਆ ਟੌਪ ਤੇ ਜਿਹੜੇ 2 ਨੇ ਇਹਨਾਂ ਨੂੰ ਬੋਲਦੇ ਨੇ EG ਆਰਬਿਟਲਸ। E ਦੇ ਪੈਰ 'ਚ ਇੱਕ ਛੋਟਾ ਜਿਹਾ G, T ਦੇ ਪੈਰ 'ਚ 2G, E ਦੇ ਪੈਰ 'ਚ G। ਠੀਕ ਹੈ, ਤਾਂ ਇਹ 3 T2G ਆਰਬਿਟਲਸ। ਹੁਣ ਜਿਵੇਂ ਤੁਸੀਂ ਐਕਸਪਲੇਨ ਕਰਨਾ ਹੋਏਗਾ ਪੇਪਰ 'ਚ ਤਾਂ ਤੁਸੀਂ ਲਿਖੋਗੇ 3 T2G ਆਰਬਿਟਲਸ ਆਰ ਐਟ ਦ ਲੋਅਰ એનર્ਜੀ ਲੈਵਲ ਐਂਡ 2 EG ਆਰਬਿਟਲਸ ਆਰ ਐਟ ਦ ਹਾਇਰ એનર્ਜੀ ਲੈਵਲ। ਇਹ ਨਾਮ ਛੋਟੀ ਛੋਟੀ ਚੀਜ਼ਾਂ ਯਾਦ ਰੱਖਣੀਆਂ ਨੇ। ਲੋਅਰ એનર્ਜੀ ਲੈਵਲ ਵਾਲੇ T2G, ਹਾਇਰ એનર્ਜੀ ਲੈਵਲ ਵਾਲੇ EG ਆਰਬਿਟਲਸ। पहला इन्ना पार्ट नोट करो जल्दी जल्दी, फिर मैं बारे कुछ पॉइंट्स लिखाने हैं। चल नोट करियो माड़ा जी 1-2 पॉइंट्स। देखो, there is a repulsion between electrons of the metal. There will be repulsion, या there is a repulsion between electrons of the metal and electrons of the ligand। ठीक है, आगे लिखो, the orbital which directly faces the ligand, the orbitals which directly faces the ligand the orbital which directly faces the ligand gets more repulsion and therefore have higher energy। and therefore have higher energy। Thus, the degeneracy of d orbitals is removed।
thus the degeneracy of d orbitals is removed. अगली लाइन च लिखो, the splitting of degenerate levels, the splitting of degenerate levels due to presence of the splitting of degenerate levels due to presence of ligands in a definite geometry in a definite geometry is known as crystal field splitting. Is known as crystal field splitting. ਕਿ ਜਿਹੜਾ ਡੀ ਆਰਬਿਟਲ ਹੈ ਉਹਦੀ ਡੀਜਨਰੇਸੀ ਬ੍ਰੇਕ ਹੋ ਗਈ, ਇਸ ਚੀਜ਼ ਨੂੰ ਬੋਲਦੇ ਨੇ ਕ੍ਰਿਸਟਲ ਫੀਲਡ ਸਪਲਿਟਿੰਗ। ਠੀਕ ਹੈ, ਹੁਣ ਜਿਵੇਂ ਮੈਂ ਕਿਹਾ ਵੀ ਯਾਰ ਹਰ ਲਿਗੈਂਡ ਦਾ ਆਪਣਾ ਆਪਣਾ ਇਹ ਗੈਪ ਆਉਂਦਾ। ਕਿਸੇ ਲਿਗੈਂਡ 'ਚ ਜਿਹੜੇ ਲਿਗੈਂਡ ਦਾ ਇਲੈਕਟ੍ਰਿਕ ਫੀਲਡ ਬਹੁਤ ਸਟਰੋਂਗ ਹੈ ਉਸ ਲਿਗੈਂਡ 'ਚ ਗੈਪ ਜ਼ਿਆਦਾ ਆ ਜਾਂਦਾ ਹੈ, ਜਿਹੜੇ ਲਿਗੈਂਡ ਦਾ ਇਲੈਕਟ੍ਰਿਕ ਫੀਲਡ ਵੀਕ ਹੈ ਉਸ ਲਿਗੈਂਡ 'ਚ ਇਹ ਗੈਪ ਘੱਟ ਆ ਜਾਂਦਾ। ਤਾਂ ਲਿਗੈਂਡ ਟੂ ਲਿਗੈਂਡ ਡਿਪੈਂਡ ਕਰਦਾ। ਹੁਣ ਸਰ ਸਾਨੂੰ ਕਿਵੇਂ ਪਤਾ ਲੱਗੇਗਾ ਜੀ ਵੀ ਕਿਹੜੇ ਲਿਗੈਂਡ 'ਚ ਗੈਪ ਜ਼ਿਆਦਾ ਆਏਗਾ ਕਿਹੜੇ 'ਚ ਘੱਟ ਆਏਗਾ? ਤਾਂ ਨਾ ਉਹਦਾ ਬੜਾ ਸਿੰਪਲ ਜਿਹਾ ਲੌਜਿਕ ਹੈ। ਉਹਦੇ ਲਈ ਆਪਾਂ ਨੇ ਕੁਝ ਨਹੀਂ ਕਰਨਾ, ਆਲਰੇਡੀ ਐਕਸਪੈਰੀਮੈਂਟਸ ਹੋ ਚੁੱਕੇ ਨੇ, ਆਲਰੇਡੀ ਸਾਰੇ ਲਿਗੈਂਡਸ ਦਾ ਡੇਟਾ ਕਲੈਕਟ ਹੋ ਚੁੱਕਿਆ ਤੇ ਉਹਨੂੰ ਮਿਲਾ ਕੇ ਨਾ ਇੱਕ ਸੀਰੀਜ਼ ਬਣਾਈ ਗਈ ਹੈ ਜਿਹਨੂੰ ਸਪੈਕਟਰੋਕੈਮੀਕਲ ਸੀਰੀਜ਼ ਬੋਲਦੇ ਨੇ। ਆਪਾਂ ਨੇ ਉਹ ਸੀਰੀਜ਼ ਯਾਦ ਰੱਖਣੀ ਹੈ। ਉਹ ਸੀਰੀਜ਼ ਦੇ ਅੰਦਰ ਕੀ ਹੈ, ਉਹ ਸੀਰੀਜ਼ ਸਾਨੂੰ ਦੱਸਦੀ ਹੈ ਵੀ ਕਿਹੜਾ ਲਿਗੈਂਡ ਹੈ ਜਿਹੜਾ ਜ਼ਿਆਦਾ ਰਿਪਲਸ਼ਨ ਕਰਦਾ ਤਾਂ ਇਹ ਗੈਪ ਵੱਧ ਜਾਂਦਾ ਹੈ, ਕਿਹੜਾ ਲਿਗੈਂਡ ਹੈ ਜਿਹੜਾ ਘੱਟ ਰਿਪਲਸ਼ਨ ਕਰਦਾ ਤਾਂ ਇਹ ਗੈਪ ਘਟ ਜਾਂਦਾ ਹੈ। ਠੀਕ ਹੈ ਸਰ, ਉਹਦਾ ਫਾਇਦਾ ਕੀ ਹੋਏਗਾ ਜ਼ਿਆਦਾ ਜਾਂ ਘੱਟ ਯਾਦ ਕਰਨ ਦਾ, ਉਹ ਹੁਣੀ ਆਪਾਂ ਕਰਾਂਗੇ। ਠੀਕ ਹੈ, ਹੁਣ ਜਿਵੇਂ ਅਗਲੀ ਲਾਈਨ 'ਚ ਲਿਖਿਓ, ਦਾ ਡੈਲਟਾ ਨੋਟ ਆ ਸਪਲਿਟਿੰਗ ਜਿਹੜੀ એનર્ਜੀ ਹੈ, ਜਿਹੜਾ ਇਹਨਾਂ ਦਾ ਗੈਪ ਹੈ, ਦਾ ਡੈਲਟਾ ਨੋਟ depends upon field produced by the ligand. The delta naught depend upon fields produced by the ligands. लिखो, some ligand produces very strong field. Some ligands produces very strong field which results in large splitting. Some ligands produces very strong field which results in large splitting, whereas other produces weak fields and results in smaller splitting. Whereas other produces weak field and results in smaller splitting. ठीक है, ਇਹਦਾ splitting ਦਾ order क्या रहेगा? Order लिख लेने ਆਪਾਂ। देखो splitting order या ਇਹ सीरीज ਦਾ ਨਾਮ ਹੈ spectrochemical series। कोई पूछे भी spectrochemical series क्या है तो ਆਪਾਂ ਕਹਾਂਗੇ it is the series in which ligands are placed। ठीक है, किस ऑर्डर ਚ प्लेस करे गए हैं भी ਜਿਹਦੀ on the basis of their splitting the energy gap they create। ठीक है ना, ਤਾਂ ਦੇਖੋ ਇਹ ਸੀਰੀਜ਼ ਬਸ ਤੁਸੀਂ ਯਾਦ ਕਰਨੀ ਹੈ। ਪਹਿਲੇ ਸਭ ਤੋਂ ਜ਼ਿਆਦਾ ਸਪਲਿਟਿੰਗ ਹੁੰਦੀ ਹੈ ਕਾਰਬੋਨਾਈਲ ਦੀ, CO, ਇਸ 'ਚ ਗੈਪ ਬਹੁਤ ਜ਼ਿਆਦਾ ਆ ਜਾਂਦਾ ਹੈ। ਪੂਰੀ ਸੀਰੀਜ਼ ਲਿਖ ਲੈਣੀ ਹੈ, ਕਾਰਬੋਨਾਈਲ, ਫਿਰ ਹੈਗਾ ਸਾਇਨਾਈਡ CN-, ਫਿਰ ਹੈਗਾ EN, ਫਿਰ ਹੈਗਾ ਜੀ ਅਮੋਨੀਆ, ਫਿਰ ਹੈਗਾ EDTA4-, ਇਹ ਹੈਕਸਾਡੈਂਟੇਟ ਲਿਗੈਂਡ ਹੈ, ਯਾਦ ਕਰੋ ਲਿਖਵਾਇਆ ਹੋਇਆ ਹੈ। ਫਿਰ ਹੈਗਾ ਜੀ NCS-, ਕਾਰਬੋਨਾਈਲ ਦਾ ਸਭ ਤੋਂ ਸਟਰੋਂਗ ਫੀਲਡ ਹੈ, ਸਭ ਤੋਂ ਜ਼ਿਆਦਾ ਗੈਪ ਇਹ ਕ੍ਰੀਏਟ ਕਰਦਾ ਹੈ। ਫਿਰ NCS-, ਫਿਰ ਵਾਟਰ ਆ ਗਿਆ, ਫਿਰ C2O4-2-, ਯਾਦ ਹੈ ਨਾ C2O4-2- ਆਕਜ਼ੇਲੇਟ ਹੁੰਦਾ ਸੀਗਾ। ਫਿਰ OH- ਹੈ, ਫਿਰ ਫਲੋਰਾਈਡ ਹੈ, सल्फाइड है S2-, क्लोराइड है Cl-, SCN-,
Br माइनस और I माइनस। देखो आयोडाइड है ਜਿਹੜਾ I माइनस ਉਹਦਾ ਸਭ ਤੋਂ ਵੀਕ ਫੀਲਡ ਹੈ, ਯਾਨੀ ਕਿ ਉਹਦੇ ਅੰਦਰ ਗੈਪ ਬਹੁਤ ਘੱਟ ਆਏਗਾ। ਠੀਕ ਹੈ, ਕਾਰਬੋਨਾਈਲ ਦਾ ਸਟਰੋਂਗ ਫੀਲਡ ਹੈ। ਇੱਕ ਵਾਰੀ ਇਹ ਪੂਰੀ ਸੀਰੀਜ਼ ਨੋਟ ਕਰੋ। कार्बोनाइल है साइनाइड, EN अमोनिया, EDTA NCS, वाटर NCS4 नेगेटिव है, EDTA 4 नेगेटिव है, वाटर ऑक्जेलेट, हाइड्रोक्साइड, फ्लोराइड, सल्फाइड, Cl माइनस, ACN माइनस, Br माइनस, I माइनस। आ पूरी सीरीज है, ये ਆਪਾਂ ਨੇ याद करनी है। ਇਹਦੇ ਅੰਦਰ ਇਹਦੇ ਤੇ ਕਿਉਂਕਿ ਬਹੁਤ ਤਰ੍ਹਾਂ ਦੇ ਕੁਐਸਚਨ ਬਣਦੇ ਨੇ, ਬਹੁਤ ਤਰ੍ਹਾਂ ਦੇ ਕੁਐਸਚਨ, ਆਪਾਂ ਸਾਰੇ ਤਰ੍ਹਾਂ ਦੇ ਕੁਐਸਚਨ ਵੀ ਡਿਸਕਸ ਕਰਾਂਗੇ। ਹਾਂਜੀ ਹਾਂਜੀ ਹਾਂਜੀ, ਮੈਂ ਇੱਥੇ ਪਹਿਲਾਂ ਇਹਨੂੰ ਸਾਰਾ ਹੀ ਨੋਟ ਕਰ ਲਓ ਇੱਕ ਵਾਰੀ। ਨੋਟ ਕਰ ਲਿਆ ਜੀ, ਚਲੋ ਠੀਕ ਹੈ। ਹੁਣ ਇਹ ਆਪਾਂ ਨੇ ਜਦੋਂ ਵੀ ਕੋਈ ਕੁਐਸਚਨ ਦੇਗਾ ਐਗਜ਼ਾਮੀਨਰ, ਠੀਕ ਹੈ, ਮੰਨ ਲਓ ਕੋਈ ਆਕਟਾਹਾਈਡਰਲ ਦਾ ਉਹਨੇ ਕੇਸ ਦਿੱਤਾ, ਤਾਂ ਆਪਾਂ ਨੇ ਪਹਿਲੇ ਹੀ ਤਾਂ ਆਪਣੇ ਦਿਮਾਗ 'ਚ ਇਹ ਆਉਣਾ ਚਾਹੀਦਾ ਵੀ ਉਹ ਲਿਗੈਂਡ ਕਿਸ ਤਰ੍ਹਾਂ ਦਾ ਹੈ, ਉਹ ਲਿਗੈਂਡ ਸਟਰੋਂਗ ਫੀਲਡ ਹੈ ਜਾਂ ਵੀਕ ਫੀਲਡ ਹੈ। ਜਿਹੜੇ ਆਹ ਵਾਲੇ ਨੇ ਨਾ, ਜਿਹੜੇ ਜ਼ਿਆਦਾ ਫੀਲਡ ਪੈਦਾ ਕਰ ਰਹੇ ਨੇ, ਜ਼ਿਆਦਾ ਗੈਪ ਪੈਦਾ ਕਰ ਰਹੇ ਨੇ, ਇਹਨਾਂ ਨੂੰ ਸਟਰੋਂਗ ਫੀਲਡ ਲਿਗੈਂਡਸ ਬੋਲਦੇ ਨੇ। ਤੇ ਜਿਹੜੇ ਬਿਲਕੁਲ ਹੀ ਘੱਟ ਗੈਪ ਕ੍ਰੀਏਟ ਕਰ ਰਹੇ ਨੇ ਉਹਨਾਂ ਨੂੰ ਬੋਲਦੇ ਨੇ ਵੀਕ ਫੀਲਡ ਲਿਗੈਂਡਸ। ਠੀਕ ਹੈ, ਤਾਂ ਸਟਰੋਂਗ ਫੀਲਡ ਹੁਣ ਓਬਵੀਅਸਲੀ ਲਿਗੈਂਡ ਸਟਰੋਂਗ ਫੀਲਡ ਵੀਕ ਫੀਲਡ ਦੋਨੋਂ ਹੋ ਸਕਦੇ ਨੇ। ਫਿਰ ਉੱਥੇ ਐਕਸਪੈਰੀਮੈਂਟਲ ਰਿਜ਼ਲਟ ਆਏਗਾ ਤਾਂ ਆਪਾਂ ਨੂੰ ਇਹੋ ਜਿਹਾ ਕੁਐਸਚਨ ਆਏਗਾ ਵੀ ਨਹੀਂ, ਆਪਾਂ ਨੂੰ ਕੁਐਸਚਨ ਇਸ ਤਰ੍ਹਾਂ ਦਾ ਆਏਗਾ ਜਿਹੜਾ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕੇ। ਠੀਕ ਹੈ ਨਾ, ਕਿਉਂਕਿ ਸਪਲਿਟਿੰਗ ਕਿਸ ਹਿਸਾਬ ਦੀ ਹੋ ਰਹੀ ਹੈ ਉਹ ਤਾਂ ਓਬਵੀਅਸਲੀ ਐਕਸਪੈਰੀਮੈਂਟਲ ਚੀਜ਼ਾਂ ਨੇ, ਤੇ ਉਹ ਆਪਾਂ ਐਵੇਂ ਪੇਪਰ 'ਚ ਬੈਠ ਕੇ ਨਹੀਂ ਜੱਜ ਕਰ ਸਕਦੇ। ਤਾਂ ਕੁਐਸਚਨ ਉਹਨਾਂ ਕਾ ਆਏਗਾ ਜਿਹੜਾ ਆਪਣੇ ਤੋਂ ਹੋ ਸਕੇ। ਠੀਕ ਹੈ, ਆ ਦੇਖੋ ਇੱਕ ਵਾਰੀ ਇਹਨੂੰ ਪਾਰਟ ਨੋਟ ਕਰੋ ਫਟਾਫਟ। ਠੀਕ ਹੈ, ਹੁਣ ਆਪਾਂ ਕੀ ਕਰਦੇ ਹਾਂ, ਹੁਣ ਇੱਕ ਖਾਸ ਗੱਲ ਦੇਖੋ, ਮੰਨ ਲਓ ਮੇਰੇ ਕੋਲ ਕੋਈ ਹਾਲੇ ਨੋਟ ਨਹੀਂ ਕਰਨਾ, ਹੁਣ ਮੈਂ ਜੋ ਬਣਾ ਰਿਹਾ ਨੋਟ ਨਹੀਂ ਕਰਨਾ, ਇਹ ਅਗੇਨ ਸਮਝਣ ਵਾਲਾ ਥੋੜਾ ਜਿਹਾ ਪੋਰਸ਼ਨ ਹੈ। ਠੀਕ ਹੈ, ਹੁਣ ਸਾਨੂੰ ਪਤਾ ਲੱਗ ਗਿਆ ਵੀ ਹਾਂ ਸਾਨੂੰ ਲਿਗੈਂਡ ਦਾ ਆਰਡਰ ਪਤਾ ਲੱਗ ਗਿਆ, ਸਾਨੂੰ ਇੰਨਾ ਪਤਾ ਵੀ ਡੀ 'ਚ ਸਪਲਿਟਿੰਗ ਹੁੰਦੀ ਹੈ, ਕਿਸੇ 'ਚ ਘੱਟ ਹੁੰਦੀ ਹੈ, ਕਿਸੇ 'ਚ ਜ਼ਿਆਦਾ ਹੁੰਦੀ ਹੈ, ਉਹ ਆਪਣਾ ਆਪਣਾ ਲਿਗੈਂਡ ਦਾ, ਮੈਟਲ ਦਾ, ਬਹੁਤ ਕੁਝ ਫੈਕਟਰਸ ਨੇ ਉਹਦੇ ਅੰਦਰ। ਠੀਕ ਹੈ, ਹੁਣ ਆਹ ਵਾਲੇ T2G ਆਰਬਿਟਲ ਸੀਗੇ, ਆਹ ਵਾਲੇ EG ਆਰਬਿਟਲ ਸੀਗੇ। ਠੀਕ ਹੈ, ਹੁਣ ਇਹ ਗੱਲ ਦੇਖੋ, ਮੰਨ ਲਓ ਨਾ ਡੀ 'ਚ ਇੱਕ ਇਲੈਕਟ੍ਰੋਨ ਭਰਨਾ, ਧਿਆਨ ਨਾਲ ਸੁਣਿਓ, ਨੋਟ ਨਹੀਂ ਕਰਨਾ, ਸਿਰਫ ਸੁਣਨਾ। ਇਹ ਚੀਜ਼ ਕੋਈ ਰਫ ਵੀ ਹੈ, ਮੈਂ ਇਹ ਤੋਂ ਬਾਅਦ ਬੋਲੂੰਗਾ, ਉਹ ਲਿਖਣਾ। ਮੰਨ ਲਓ ਡੀ 'ਚ ਇੱਕ ਇਲੈਕਟ੍ਰੋਨ ਭਰਨਾ ਹੈ, ਤਾਂ ਇੱਕ ਇਲੈਕਟ੍ਰੋਨ
ਓਬਵੀਅਸਲੀ ਆਫ ਬੋ ਪ੍ਰਿੰਸੀਪਲ ਕਹਿੰਦਾ ਜਿਨ੍ਹਾਂ 'ਚ ਲੋਅਰ એનર્ਜੀ ਹੈ ਪਹਿਲਾਂ ਇਲੈਕਟ੍ਰੋਨ ਉਹਦੇ 'ਚ ਜਾਏਗਾ ਤਾਂ ਇੱਕ ਇਲੈਕਟ੍ਰੋਨ ਇੱਥੇ ਭਰਤਾ, ਕੋਈ ਦਿੱਕਤ ਨਹੀਂ ਆਈ। ਭਾਵੇਂ D1 ਲਿਖ ਲਓ ਭਾਵੇਂ ਲਿਖ ਲਓ T2G1, ਇੱਕੋ ਗੱਲ ਹੈ। ਠੀਕ ਹੈ, ਕਿਉਂਕਿ ਡੀ ਦੀ ਆਪਣੀ ਐਗਜ਼ਿਸਟੈਂਸ ਤਾਂ ਖਤਮ ਹੋ ਗਈ ਨਾ, T2G1 ਲਿਖ ਲੈਂਦੇ ਹਾਂ। ਹੁਣ ਡੀ 'ਚ ਦੂਜਾ ਇਲੈਕਟ੍ਰੋਨ ਭਰਨਾ ਹੈ, ਦੂਜਾ ਇਲੈਕਟ੍ਰੋਨ ਵੀ ਆਹ ਜਗ੍ਹਾ ਖਾਲੀ ਪਈ ਹੈ, ਇੱਥੇ ਭਰਤਾ, ਕੋਈ ਦਿੱਕਤ ਨਹੀਂ ਆਈ। ਡੀ 'ਚ ਤੀਜਾ ਇਲੈਕਟ੍ਰੋਨ ਵੀ ਭਰਨਾ, ਤੀਜਾ ਇਲੈਕਟ੍ਰੋਨ ਇੱਥੇ ਪਿਆ, ਕੋਈ ਡਾਊਟ ਨਹੀਂ। ਠੀਕ ਹੈ, ਜਦੋਂ ਡੀ 'ਚ ਚੌਥਾ ਇਲੈਕਟ੍ਰੋਨ ਭਰਨਾ ਹੈ, ਪ੍ਰੋਬਲਮ ਉੱਥੇ ਹੈ। ਠੀਕ ਹੈ, ਹੁਣ ਚੌਥੇ ਇਲੈਕਟ੍ਰੋਨ ਕੋਲ ਦੋ ਆਪਸ਼ਨਸ ਹੈ, ਜਾਂ ਤਾਂ ਇਹਦੇ ਵਿੱਚ ਹੀ ਸੈਟਲ ਹੋ ਜੇ, ਮਤਲਬ ਇੱਥੇ ਪੇਅਰਿੰਗ ਕਰ ਲਵੇ, ਈਜੀ 'ਚ ਨਾ ਜਾਵੇ, ਹੈ ਨਾ, ਜਾਂ ਚੌਥਾ ਇਲੈਕਟ੍ਰੋਨ ਈਜੀ 'ਚ ਚੱਲ ਜੇ। ਉਹ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ? ਆ ਜਿਹੜਾ ਗੈਪ ਹੈ, ਕੀ ਕਹਿੰਦੇ ਸੀਗੇ ਇਹਨੂੰ, ਡੈਲਟਾ ਨੋਟ ਜਾਂ ਡੈਲਟਾ ਓ। ਠੀਕ ਹੈ, ਹੁਣ ਨਾ ਇਲੈਕਟ੍ਰੋਨ ਨੂੰ ਆ ਗੈਪ, ਮੰਨ ਲਓ ਇਹਦੀ એનર્ਜੀ ਹੈ 10 ਜੂਲ, ਇਹ ਗੈਪ ਹੁੰਦਾ ਵੈਸੇ ਥੋੜਾ ਜਿਹਾ ਹੀ ਹੈ। ਜਦੋਂ ਇਲੈਕਟ੍ਰੋਨ ਨੇ ਪੇਅਰ ਕਰਨਾ ਹੁੰਦਾ ਹੈ ਨਾ, ਹੁਣ ਇੱਥੇ ਨਾ ਦੋ ਤਰ੍ਹਾਂ ਦੀ એનર્ਜੀਜ਼ ਹੈ, ਇੱਕ ਡੈਲਟਾ ਨੋਟ ਹੈ, ਇੱਕ ਕੈਪੀਟਲ ਪੀ ਹੈ। ਕੈਪੀਟਲ ਪੀ ਕੀ ਚੀਜ਼ ਹੈ? ਜਦੋਂ ਪੇਅਰ ਕਰਨਾ ਹੁੰਦਾ ਇਲੈਕਟ੍ਰੋਨ ਨੂੰ, ਉਦੋਂ ਵੀ ਥੋੜੀ ਜਿਹੀ એનર્ਜੀ ਲੱਗਦੀ ਹੈ, ਉਹਨੂੰ ਪੇਅਰਿੰਗ એનર્ਜੀ ਬੋਲਦੇ ਨੇ। ਠੀਕ ਹੈ, ਮੈਂ ਸਾਰਾ ਕੁਝ ਲਿਖਵਾਉਂਗਾ, ਹਾਲੇ ਸਿਰਫ ਸੁਣ ਲਓ। ਜਦੋਂ ਇਲੈਕਟ੍ਰੋਨ ਨੂੰ ਪੇਅਰ ਕਰਨਾ ਹੁੰਦਾ ਹੈ ਨਾ, ਉਹ ਪੇਅਰਿੰਗ એનર્ਜੀ ਲੱਗਦੀ ਹੈ ਉੱਥੇ, ਉਹ ਪੇਅਰਿੰਗ એનર્ਜੀ ਬੋਲਦੇ ਨੇ। ਠੀਕ ਹੈ, ਤੇ ਆ એનર્ਜੀ ਗੈਪ ਵੀ ਹੈ। ਹੁਣ ਜਿਹੜਾ ਚੌਥਾ ਇਲੈਕਟ੍ਰੋਨ ਹੈ, ਮੰਨ ਲਓ ਇਹ ਜਿਹੜਾ ਵੀ ਲਿਗੈਂਡ ਹੈ ਉਹ ਸਟਰੋਂਗ ਫੀਲਡ ਹੈ, ਤਾਂ ਗੈਪ ਕੀ ਹੋਏਗਾ? ਗੈਪ ਬਹੁਤ ਜ਼ਿਆਦਾ ਹੋਏਗਾ, ਪੇਅਰਿੰਗ એનર્ਜੀ ਘੱਟ ਹੋਏਗੀ। ਤਾਂ ਅਗਰ ਗੈਪ ਜ਼ਿਆਦਾ ਹੈ, ਸੋਚੋ ਇਲੈਕਟ੍ਰੋਨ ਨੂੰ ਕਿਹੜਾ ਕੰਮ ਕਰਨਾ ਸੌਖਾ ਹੈ, ਇੰਨੀ ਜ਼ਿਆਦਾ એનર્ਜੀ ਲੈ ਕੇ ਉੱਪਰ ਜਾਣਾ ਜਾਂ ਇੱਥੇ ਪੇਅਰ ਹੋਣਾ? ਸੋਚ ਕੇ ਦੇਖੋ। ਠੀਕ ਹੈ, ਅਗਰ ਗੈਪ ਬਹੁਤ ਜ਼ਿਆਦਾ ਹੈ ਤਾਂ ਇਲੈਕਟ੍ਰੋਨ ਇੰਨਾ ਐਫਰਟ ਨਹੀਂ ਕਰੇਗਾ ਵੀ ਪਹਿਲਾਂ ਕਿਤੋਂ એનર્ਜੀ ਗੇਨ ਕਰੇ ਫਿਰ ਈਜੀ 'ਚ ਜਾਏ। ਇਲੈਕਟ੍ਰੋਨ ਇੱਥੇ ਚੁੱਪ ਕਰਕੇ ਪੇਅਰ ਹੋ ਜਾਏਗਾ। ਤੇ ਇਲੈਕਟ੍ਰੋਨ ਇੱਥੇ ਪੇਅਰ ਕਦੋਂ ਹੋਏਗਾ? ਜਦੋਂ ਇਹ ਗੈਪ ਜ਼ਿਆਦਾ ਹੋਏਗਾ। ਇਹ ਗੈਪ ਜ਼ਿਆਦਾ ਕਦੋਂ ਹੋਏਗਾ? ਜਦੋਂ ਸਟਰੋਂਗ ਫੀਲਡ ਹੋਏਗਾ, ਯਾਨੀ ਕਿ ਕਿਹੜੇ ਕਿਹੜੇ ਸੀਗੇ ਸ਼ੁਰੂ ਵਾਲੇ ਜਿਹੜੇ ਲਿਗੈਂਡ ਸੀਗੇ, CO CN-, ਉਹਨਾਂ ਦੇ ਕੇਸ 'ਚ ਆ ਗੈਪ ਜ਼ਿਆਦਾ ਹੋਣ ਕਰਕੇ ਚੌਥਾ ਇਲੈਕਟ੍ਰੋਨ ਇੱਥੇ ਹੀ ਭਰ ਜਾਂਦਾ। ਤਾਂ ਜਿਹੜਾ ਚੌਥਾ D4 ਹੋਏਗਾ ਉਹ ਈਜੀ 'ਚ ਨਹੀਂ ਜਾਏਗਾ, ਉਹ ਬਣੇਗਾ T2G4 EG0। ਪੰਜਵੇਂ ਵਾਸਤੇ ਵੀ ਤਾਂ ਗੈਪ ਜ਼ਿਆਦਾ ਹੀ ਹੈ, ਤਾਂ ਪੰਜਵਾਂ ਵੀ ਇੱਥੇ ਹੀ ਭਰ ਜਾਏਗਾ, T2G5 EG0। ਮੰਨ ਲਓ ਛੇਵਾਂ ਭਰਨਾ ਹੈ, ਛੇਵਾਂ ਇੱਥੇ ਭਰ ਸਕਦਾ ਹੈ, ਛੇਵੇਂ 'ਚ ਆਏਗਾ T2G6 EG0। ਹੁਣ ਇਹ ਤਾਂ ਪੂਰੀ ਤਰ੍ਹਾਂ ਭਰ ਗਿਆ। ਹੁਣ ਸੱਤਵੇਂ ਕੋਲ ਕੋਈ ਆਪਸ਼ਨ ਨਹੀਂ ਹੈ, ਗੈਪ ਤਾਂ ਹਲੇ ਵੀ ਜ਼ਿਆਦਾ ਹੀ ਆ, ਪਰ ਸੱਤਵੇਂ ਨੂੰ ਅੱਗੇ ਤਾਂ ਵਧਣਾ ਹੀ ਹੈ, ਇਹ 'ਚ ਜਗ੍ਹਾ ਹੀ ਨਹੀਂ ਹੈ, ਤਾਂ ਸੱਤਵਾਂ ਉੱਧਰ ਜਾਏਗਾ, ਯਾਨੀ ਕਿ T2G6 EG1, ਫਿਰ EG2, ਫਿਰ EG3, ਫਿਰ EG4। ਯਾਨੀ ਕਿ ਇਸ ਤਰ੍ਹਾਂ ਨਾਲ ਇਲੈਕਟ੍ਰੋਨ ਭਰੇ ਜਾਣਗੇ ਜਦੋਂ ਇਹ ਗੈਪ ਬਹੁਤ ਜ਼ਿਆਦਾ ਹੈ। ਇਹ ਗੈਪ ਜ਼ਿਆਦਾ ਕਦੋਂ ਹੈ? ਆ ਕਦੋਂ ਹੁੰਦਾ? ਜਦੋਂ ਸਟਰੋਂਗ ਫੀਲਡ ਹੋਵੇ। ਇੰਨੀ ਗੱਲ ਸਮਝ ਆਈ ਕਿੰਨੀ ਆਈ? ਠੀਕ ਹੈ ਨਾ। ਉਲਟਾ ਕੇਸ, ਮੰਨ ਲਓ ਕੋਈ ਵੀਕ ਫੀਲਡ ਹੈ, ਵੀਕ ਫੀਲਡ 'ਚ ਆ ਗੈਪ ਬਹੁਤ ਥੋੜਾ ਹੁੰਦਾ ਹੈ ਨਾ, ਜਿਵੇਂ ਲਾਸਟ ਵਾਲਾ ਚੱਕ ਲਓ ਆਇਓਡਾਈਡ, ਆ ਗੈਪ ਬਿਲਕੁਲ ਹੀ ਛੋਟਾ ਜਿਹਾ ਗੈਪ ਹੈ। ਠੀਕ ਹੈ, ਵੀਕ ਫੀਲਡ ਲਿਗੈਂਡ ਹੈ। ਹੁਣ ਮੰਨ ਲਓ ਵੀਕ ਫੀਲਡ ਲਿਗੈਂਡ ਹੈ, ਗੈਪ ਬਹੁਤ ਛੋਟਾ ਹੈ, ਤਾਂ ਲੈਮਡਾ ਨੋਟ ਦੀ ਵੈਲਿਊ ਘੱਟ ਹੈ, ਉੱਥੇ ਜ਼ਿਆਦਾ ਚਾਂਸਿਸ ਹੈ ਵੀ ਪੇਅਰ ਕਰਨ 'ਚ ਕੰਮ ਜ਼ਿਆਦਾ એનર્ਜੀ ਲੱਗੇਗੀ, ਨਾ ਕਿ ਗੈਪ 'ਚ। ਮੰਨ ਲਿਆ ਪੇਅਰਿੰਗ એનર્ਜੀ ਜ਼ਿਆਦਾ ਹੈ, ਤਾਂ ਹੁਣ 3 ਇਲੈਕਟ੍ਰੋਨ ਤਾਂ ਐਵੇਂ ਭਰਤੇ। ਜਿਹੜਾ ਚੌਥਾ ਹੈ, ਚੌਥਾ ਕਹੇਗਾ ਮੈਂ ਪੇਅਰ ਕਰਨ 'ਚ એનર્ਜੀ ਕਿਉਂ ਫਾਲਤੂ ਦੀ ਲਾਵਾਂ, ਜਦੋਂ ਇੱਥੇ ਭਰ ਕੇ એનર્ਜੀ ਦਾ ਆਰਾਮ ਨਾਲ ਕੰਮ ਸਰ ਰਿਹਾ। ਤਾਂ ਉੱਥੇ ਜਿਹੜਾ ਚੌਥਾ ਇਲੈਕਟ੍ਰੋਨ ਹੈ ਉਹ ਜਾਏਗਾ T2G3 EG1, ਯਾਨੀ ਕਿ ਆਹ 3 ਭਰਨ ਤੋਂ ਬਾਅਦ ਚੌਥਾ ਇਲੈਕਟ੍ਰੋਨ ਇੱਧਰ ਜਾਏਗਾ, ਫਿਰ ਪੰਜਵਾਂ ਕਿੱਧਰ ਜਾਏਗਾ? ਸ਼ਾਬਾਸ਼, ਤਾਂ ਇਹ ਬਣੇਗਾ T2G3 EG2। ਚੌਥੇ ਇਲੈਕਟ੍ਰੋਨ ਤੇ ਐਵੇਂ ਹੋਏਗਾ, ਪੰਜਵੇਂ ਤੇ ਐਵੇਂ ਹੋਏਗਾ। ਅੱਛਾ, ਹੁਣ ਛੇਵੇਂ ਤੇ ਕੀ ਹੋਏਗਾ? ਹੁਣ ਦੇਖੋ, ਹੁਣ ਦਾ ਪੇਅਰ ਉੱਪਰ ਵੀ ਹੋਣਾ ਜਾਂ ਨੀਚੇ ਵੀ ਹੋਣਾ, ਤਾਂ ਫਿਰ ਲੋਅਰ એનર્ਜੀ ਤੋਂ ਸ਼ੁਰੂ ਹੋਏਗਾ। ਛੇਵਾਂ ਇਲੈਕਟ੍ਰੋਨ ਇੱਥੇ ਭਰੇਗਾ, ਯਾਨੀ ਕਿ T2G4 EG2, ਫਿਰ ਸੱਤਵਾਂ T2G5 EG2, ਫਿਰ T2G6 EG2। ਹੁਣ T2G ਭਰ ਗਿਆ, ਫਿਰ EG 'ਚ EG3 EG4, ਫਿਰ ਇਸ ਤਰ੍ਹਾਂ ਨਾਲ ਚੱਲੇਗਾ। ਇਹ ਕੰਸੈਪਟ ਸਮਝ ਆਇਆ ਕਿ ਨਹੀਂ ਆਇਆ? ਯਾਨੀ ਕਿ ਅਗਰ ਇਹ ਗੈਪ ਜ਼ਿਆਦਾ ਹੈ ਤਾਂ ਇਲੈਕਟ੍ਰੋਨ ਕੋਸ਼ਿਸ਼ ਕਰੇਗਾ ਵੀ ਪਹਿਲਾਂ ਹੀ ਪੇਅਰ ਹੋ ਜਾਵੇ, ਗੈਪ ਜਿੰਨੀ એનર્ਜੀ ਕਿਤੋਂ ਨਾ ਅਰੇਂਜ ਕਰੇ। ਜੇ ਗੈਪ ਘੱਟ ਹੈ ਤਾਂ ਇਲੈਕਟ੍ਰੋਨ ਕੋਸ਼ਿਸ਼ ਕਰੇਗਾ ਵੀ ਆਰਾਮ ਨਾਲ ਗੈਪ, ਥੋੜਾ ਜਿਹਾ ਹੀ ਤਾਂ ਗੈਪ ਹੈ, ਇਲੈਕਟ੍ਰੋਨ ਚੌਥਾ ਇੱਥੇ ਭਰ ਦੇਗਾ, ਪੰਜਵਾਂ ਇੱਧਰ ਭਰ ਦੇਗਾ, ਫਿਰ ਵਾਪਸ ਇੱਧਰ 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 ਇੱਧਰ, ਇਸ ਤਰ੍ਹਾਂ ਨਾਲ ਚੱਲੇਗਾ। ਗੱਲ ਸਮਝ ਆਈ ਨਾ? ਮੈਂ ਇੱਕ ਛੋਟੀ ਜਿਹੀ ਚੀਜ਼ ਹੋਰ ਬਣਾਉਂਦਾ, ਇਹ ਪੂਰਾ ਕੰਸੈਪਟ ਸਮਝ ਆਇਆ ਨਾ? ਇਹੀ ਮੈਂ ਲਿਖਵਾਉਣਾ ਹੈ ਹੁਣ। ਮਤਲਬ ਕਿ ਆ ਦੇਖੋ, ਜੇ ਪੁਆਇੰਟ ਸਮਝ ਆ ਗਿਆ, ਆ ਮੇਰੇ ਕੋਲ D5 ਹੈ। ਹੁਣ D5 ਤਾਂ ਐਵੇਂ ਬਣਾਉਣਾ ਹੀ ਨਹੀਂ, ਹਮੇਸ਼ਾ ਬਣਾਉਣਾ ਹੈ ਆ 3 ਨੀਚੇ 2 ਉੱਪਰ, ਜੋ ਆਕਟਾਹਾਈਡਰਲ ਹੈ। ਜੇ ਸਟਰੋਂਗ ਫੀਲਡ ਹੈ ਤਾਂ ਗੈਪ ਬਹੁਤ ਬੜਾ ਹੈ, ਤਾਂ 3 ਤਾਂ ਐਵੇਂ ਭਰਨਗੇ 1 2 3। ਚੌਥਾ
बहुत बड़ा जगह है तो ਇੱਥੇ ही भर देगा 4 5 6 फिर 7 8 9 10 ਐਵੇਂ ਭਰੇਗਾ जी। और अगर वीक फील्ड है, ठीक है, वीक फील्ड है तो 1 2 3 तो ਐਵੇਂ ਭਰੇਗਾ। ਹੁਣ ਆ ਗੈਪ ਘੱਟ ਹੈ ਤਾਂ ਚੌਥਾ ਆਰਾਮ ਨਾਲ ਉੱਪਰ ਭਰੇਗਾ, ਚੌਥਾ ਪੰਜਵਾਂ 6 7 8 9 10 ਫਿਰ ਇਲੈਕਟ੍ਰੋਨ ਇਸ ਤਰ੍ਹਾਂ ਭਰੇ ਜਾਣਗੇ। ਆਬਵੀਅਸਲੀ 10 ਵਾਲੇ ਚ 9 ਵਾਲੇ ਚ 8 ਵਾਲੇ ਚ ਫਰਕ ਨਹੀਂ ਦਿਖ ਰਿਹਾ। ਜਦੋਂ D4 ਭਰਨਾ ਹੁੰਦਾ ਤਾਂ ਦੋਨਾਂ ਪਾਸੇ ਚ ਅਲੱਗ-ਅਲੱਗ ਚੀਜ਼ਾਂ ਬਣਦੀਆਂ ਨੇ। ਇਹ ਗੱਲ ਸਮਝ ਆਈ ਹੈ ਜਾਂ ਨਹੀਂ ਆਈ ਹੈ ਸਾਰਿਆਂ ਨੂੰ? ਠੀਕ ਹੈ, ਹੁਣ ਮੈਂ ਇਹੀ ਚੀਜ਼ ਲਿਖਵਾਣੀ ਹੈ, ਲਿਖੋ ਮਾੜਾ ਜਿਹਾ। ਜਿੱਥੇ ਆਪਾਂ ਲਾਸਟ ਜੋ ਵੀ ਪੁਆਇੰਟ ਲਿਖੇ ਸੀਗੇ ਉਸ ਤੋਂ ਬਾਅਦ ਥੋੜੀ ਜਿਹੀ ਸਪੇਸ ਦੇ ਕੇ, ਕਿਉਂਕਿ ਇੱਕ ਡਿਫਰੈਂਟ ਚੀਜ਼ ਹੈ, ਐਵੇਂ ਕੋਈ ਹੈਡਿੰਗ ਨਹੀਂ ਹੈ। ਠੀਕ ਹੈ, ਲਿਖੋ ठीक है। For while filling electron in the d orbitals, while filling electron in the d orbitals, comma, first 3 electrons will enter the T2g orbitals। पहले तीनों ਨੂੰ ਤਾਂ ਇੱਕੋ ਗੱਲ ਹੈ, ਲੋਅਰ એનર્ਜੀ ਚ ਭਰਨਾ ਹੈ। first 3 electrons will enter T2g orbitals। full stop। आगे लिखो for fourth electron, for fourth electron two possible pattern arises, two possible pattern arises। ठीक है, फोर्थ इलैक्ट्रॉन ਦੇ ਲਈ ਦੋ ਚੀਜ਼ਾਂ ਹੋ ਸਕਦੀਆਂ ਨੇ। ਇੱਥੇ ਲਿਖੋ ਕੇਸ 1। ਕੇਸ 1 ਕੀ ਹੈ? ਡੈਲਟਾ ਨਾਟ ਲੈਸ ਦੈਨ ਪੇਅਰਿੰਗ। ਇੱਥੇ P ਨੇ ਨਾਲ ਸਾਈਡ ਤੇ ਲਿਖ ਲਿਓ ਪੇਅਰਿੰਗ એનર્ਜੀ। ठीक है, फील्ड बहुत घट है यानी कि गैप छोटा जा है। ठीक है, पेयरिंग एनर्जी ज्यादा है। अगर गैप छोटा जाए तो इलेक्ट्रॉन, चौथा इलेक्ट्रॉन ईजी जाएगा सीधा, है ना। जे गैप छोटा जा, डेल्टा नॉट छोटा है ना, मतलब गैप छोटा है। गैप छोटा है तो चौथे इलेक्ट्रॉन को कोई दिक्कत नहीं आएगी ईजी से जाने लई। इत्थे लिखो द फोर्थ इलेक्ट्रॉन, केस 1 इदा लिख के डेल्टा नॉट लेस दैन पी, पी का मतलब लिख लो पेयरिंग एनर्जी। इत्थे लिखो द फोर्थ इलेक्ट्रॉन एंटर्स ईजी ऑर्बिटल, ईजी ऑर्बिटल giving the configuration, the fourth electron enters Eg orbital giving the configuration, configuration की बन जाएगी T2G3 Eg1। ये फोर्थ इलेक्ट्रॉन वास्ते है T2G3 Eg1। अच्छा, फिफ्थ इलेक्ट्रॉन की बनेगा जी T2G3 Eg2। सिक्स्थ इलेक्ट्रॉन की बनेगा, ਹੁਣ ਤਾਂ ਥੱਲੇ ਹੀ ਭਰ ਜਾਏਗਾ T2G4 Eg2। ਸੈਵਨਥ ਇਲੈਕਟ੍ਰੋਨ T2G5 Eg2। एट्थ इलेक्ट्रॉन T2G6 Eg2। ਹੁਣ T2G पूरा भर गया। नाइन्थ इलेक्ट्रॉन T2G6 Eg3। 10th इलेक्ट्रॉन T2G6 Eg4। फटाफट नोट करो सारा। ਇਹਦੇ ਨਾਲ ਹੀ ਲਿਖ ਲਿਓ this is the case for weak field ligands। this is the case for weak field ligands। अगली लाइन फिर लिख लियो the complex will be outer d orbital complex। this is the case for weak field ligand, the complex will be outer d orbital complex or high spin complex।
the complex will be outer d orbital complex or high spin complex. The complex will be outer d orbital complex or high spin complex. केस 2 लिख लो, डेल्टा नॉट ग्रेटर देन पी। गैप बहुत ज़्यादा मतलब स्ट्रॉन्ग फील्ड आ गया जी। ਹੁਣ ਗੈਪ ਜ਼ਿਆਦਾ ਹੈ ਤਾਂ ਚੌਥਾ ਇਲੈਕਟ੍ਰੋਨ ਉਹ ਗੈਪ ਨੂੰ ਕਵਰ ਨਹੀਂ ਕਰੇਗਾ, ਨੀਚੇ ਹੀ ਚੁੱਪ ਕਰਕੇ ਸੈਟਲ ਹੋ ਜਾਏਗਾ। ਠੀਕ ਹੈ, ਡੈਲਟਾ ਨॉट ग्रेटर देन पी। ਇੱਥੇ ਲਿਖ ਲਓ फोर्थ इलेक्ट्रॉन will occupy T2g orbital. Fourth electron enter T2g orbital. Oh sorry, EG orbital. नहीं सॉरी, T2g orbital। हाँ हाँ, नीचे ही भर गया ना, गैप बहुत ज़्यादा नीचे भर गया। फोर्थ इलेक्ट्रॉन एंटर T2g ऑर्बिटल, गलती है, T2g4 EG0। फिफ्थ इलेक्ट्रॉन आएगा T2g5 EG0। सिक्स्थ इलेक्ट्रॉन आएगा T2g6 EG0। ਹੁਣ T2g ਭਰ ਗਿਆ, ਹੁਣ 7th ਉੱਪਰ ਭਰ ਜਾਏਗਾ, T2g6 EG1। 8th इलेक्ट्रॉन T2g7 EG1। 9th इलेक्ट्रॉन T2g8 EG1। 10th इलेक्ट्रॉन T2g6 EG2। T2g6 EG3। इस तरह नाल आएगा T2g6 EG4। T2g6 तो ऊपर तक वध ही नहीं सकता, इस तरह नाल आएगा। ਹੁਣ ਜਿਵੇਂ ਇਹ ਵੀਕ ਫੀਲਡ ਦੇ ਕੇਸ 'ਚ ਸੀਗਾ, ਇਹ ਸਟਰੋਂਗ ਫੀਲਡ ਲਿਗੈਂਡ ਹੈ। ਇਹ ਬਣ ਰਿਹਾ ਸੀਗਾ T2g4 ठीक है, लिखियो माड़ा जा, सॉरी इधर लिखियो। इन्हें ये सारा पार्ट नोट कर लिया ना। T2g6 जो गैप बहुत ज़्यादा, पहला पूरा T2g भरिया, फिर EG भरना शुरू होया, EG 1 2 3 4। ये लिख लो नाल, दिस इज द केस फॉर स्ट्रॉन्ग फील्ड लिगेंड। This is the case for strong field ligands, and the complex formed. This is the case for strong field ligands, and the complex formed will be inner D complex or low spin complex. This is the case for strong field ligand, and the complex formed will be inner D complex or low spin complex. Inner D complex or low spin complex. Inner D complex or low spin complex. ठीक है जी, ਇਹਦੀਆਂ ਆਪਾਂ ਐਗਜ਼ਾਮਪਲਸ, ਇਹਦੀਆਂ ਬਾਕੀ ਸਾਰੀਆਂ ਸ਼ੇਪਸ ਟੈਟਰਾਹੈਡਰਲ ਵਗੈਰਾ ਆਪਾਂ ਨੈਕਸਟ ਕਲਾਸ 'ਚ ਡਿਸਕਸ ਕਰਾਂਗੇ। ਇੱਕ ਵਾਰੀ ਇਹਨਾਂ ਪਾਰਟ ਨੋਟ ਕਰ ਲਓ। ਤੇ ਜਿਹੜਾ ਲਾਸਟ ਵਾਲਾ ਲੈਕਚਰ ਸੀਗਾ ਉਹ ਮੈਂ ਹੁਣੀ YouTube ਤੇ ਅਪਲੋਡਡ ਹੀ ਹੈ, ਬਸ ਉਹਦਾ ਮੈਂ ਲਿੰਕ ਨਹੀਂ ਸ਼ੇਅਰ ਕਰਿਆ, ਉਹ ਮੈਂ ਹੁਣੀ ਲਿੰਕ ਸ਼ੇਅਰ ਕਰ ਦਿੰਦਾ। ਤੇ ਇਹ ਵਾਲਾ ਲੈਕਚਰ ਈਵਨਿੰਗ ਤੱਕ ਅਪਲੋਡ ਹੋ ਜਾਏਗਾ, ਅਗਰ ਕਿਸੇ ਦਾ ਕੁਝ ਪੈਂਡਿੰਗ ਰਹਿ ਗਿਆ ਤਾਂ ਉਸ 'ਚ ਦੇਖ ਲਿਓ। ਥੈਂਕ ਯੂ ਸੋ ਮਚ।